ਵਿਆਹ ਦੀ ਰਾਤ ਮੇਰੇ ਪਤੀ ਨੂੰ ਅਚਾਨਕ ਫੋਨ ਆਇਆ। ਪਤੀ ਮੈਨੂੰ ਬੋਲਿਆ ਕਿ ਮੇਰੀ ਮਾਂ ਦੇ ਕਮਰੇ ਵਿੱਚ ਜਾ ਕੇ ਸੌ ਜਾ। ਮੈਂ ਆਪਣੀ ਸੱਸ ਕੋਲ ਚਲੀ ਗਈ। ਹੁਣ ਰੋਜ਼ਾਨਾ ਹੀ ਅਜਿਹਾ ਹੋਣ ਲੱਗਾ। ਮੈਂ ਰੋਜ਼ ਰਾਤ ਨੂੰ ਸੱਸ ਕੋਲ ਸੌ ਜਾਂਦੀ। ਸੱਸ ਦਿਨ ਬ ਦਿਨ ਜਵਾਨ ਹੋਣ ਲੱਗੀ ਤੇ ਮੈਨੂੰ ਹੱਡੀਆਂ ਦਾ ਦਰਦ ਹੋਣ ਲੱਗਾ। ਇੱਕ ਦਿਨ ਮੇਰਾ 13 ਸਾਲ ਦਾ ਦਿਓਰ ਬੋਲਿਆ ਕਿ ਮੈਂ ਵੀ ਜਦੋਂ ਬੁੱਢਾ ਹੋ ਜਾਵਾਂਗਾ ਤਾਂ ਮੈਂ ਵੀ ਜਵਾਨ ਹੋਣ ਲਈ ਉਹੀ ਕਰਾਂਗਾ ਜੋ ਰਾਤ ਨੂੰ ਮਾਂ ਭਾਬੀ ਦੇ ਨਾਲ ਕਰਦੀ ਹੈ। ਇਹ ਸੁਣਦੇ ਹੀ ਮੈਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਾ ਹੋਇਆ। ਮੈਂ ਆਪਣੇ ਦਿਓਰ ਨੂੰ ਚਾਕਲੇਟ ਦੇ ਕੇ ਪੁੱਛਿਆ ਕਿ ਮਾਂ ਮੇਰੇ ਨਾਲ ਕੀ ਕਰਦੀ ਹੈ, ਤਾਂ ਉਸ ਨੇ ਜੋ ਦੱਸਿਆ ਉਹ ਸਭ ਸੁਣ ਕੇ ਮੇਰਾ ਤਾਂ ਦਿਲ ਫਟਣ ਵਰਗਾ ਹੋ ਗਿਆ। ਮੈਂ 4 ਭਰਾਵਾਂ ਦੀ ਇਕਲੌਤੀ ਭੈਣ ਸੀ। ਭਰਾ ਤਾਂ ਮੇਰੇ 'ਤੇ ਜਾਨ ਵਾਰਦੇ ਸਨ, ਜਦੋਂ ਕਿ ਪਿਤਾ ਜੀ ਮੇਰੇ 'ਤੇ ਬਹੁਤ ਸਖਤੀ ਕਰਦੇ ਸਨ। ਮੈਂ ਅਕਸਰ ਸੁਣਿਆ ਕਿ ਪਿਤਾ ਜੀ ਮਾਂ ਨੂੰ ਕਹਿੰਦੇ ਸਨ ਕਿ ਜੇਕਰ ਲੱਤਾਂ ਤੋਂ ਕੋਈ ਊਚ ਨੀਚ ਹੋ ਗਈ ਤਾਂ ਸਾਡੇ 5 ਮਰਦਾਂ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ। ਅਸੀਂ ਕਿਸੇ ਨਾਲ ਅੱਖਾਂ ਮਿਲਾਉਣ ਦੇ ਕਾਬਲ ਨਹੀਂ ਰਹਾਂਗੇ, ਇਸ ਲਈ ਆਪਣੀ ਬੇਟੀ 'ਤੇ ਲਗਾਮ ਲਗਾ ਦਿਓ। ਪਤਾ ਨਹੀਂ ਪਿਤਾ ਜੀ ਨੂੰ ਕਿਉਂ ਲੱਗਦਾ ਸੀ ਕਿ ਬੇਟੀਆਂ ਨੂੰ ਕਾਬੂ ਕਰਨ ਲਈ ਉਹਨਾਂ 'ਤੇ ਸਖਤੀ ਕਰਨਾ ਜ਼ਰੂਰੀ ਹੁੰਦਾ ਹੈ। ਮੇਰੇ ਖਿਆਲ 'ਚ ਤਾਂ ਜਿਹੜੇ ਪਿਤਾ ਆਪਣੀ ਬੇਟੀਆਂ ਦੇ ਦੋਸਤ ਹੁੰਦੇ ਨੇ ਉਹਨਾਂ ਨੂੰ ਇਹ ਆਖਣ ਦੀ ਲੋੜ ਹੀ ਨਹੀਂ ਪੈਂਦੀ ਕਿ ਉਹ ਸਾਡੀ ਇੱਜ਼ਤ ਦਾ ਖਿਆਲ ਰੱਖਣ। ਬੇਟੀਆਂ ਉਂਝ ਹੀ ਬਾਪ ਦੀ ਖੁਸ਼ੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੀਆਂ ਨੇ। ਖੈਰ, ਪਿਤਾ ਜੀ ਦਾ ਹੁਕਮ ਸੀ ਤਾਂ ਮਾਂ ਕਿਵੇਂ ਨਜ਼ਰਅੰਦਾਜ਼ ਕਰਦੀ। ਮਾਂ ਨੇ ਸਾਰੀ ਜ਼ਿੰਦਗੀ ਮੇਰੇ 'ਤੇ ਬਹੁਤ ਰੋਕ ਟੋਕ ਕੀਤੀ ਸੀ। ਕਿਤੇ ਵੀ ਆਉਣ ਜਾਣ ਨਹੀਂ ਸੀ ਦਿੰਦੀ ਤੇ ਨਾ ਹੀ ਕੋਈ ਸਹੇਲੀ ਬਣਾਉਣ ਦਿੰਦੀ ਸੀ। ਮੈਂ ਉਸ ਮਾਹੌਲ ਤੋਂ ਬਹੁਤ ਤੰਗ ਆ ਗਈ ਸੀ। ਇੱਕ ਦਿਨ ਪਿਤਾ ਜੀ ਆਪਣੇ ਕਿਸੇ ਕੰਮ ਤੋਂ 2 ਦਿਨ ਲਈ ਸ਼ਹਿਰੋਂ ਬਾਹਰ ਚਲੇ ਗਏ। ਉਦੋਂ ਮੈਂ ਬਹੁਤ ਖੁਸ਼ ਹੋ ਗਈ ਸੀ। ਮੈਂ ਮਾਂ ਨੂੰ ਬੋਲੀ ਕਿ ਜੇਕਰ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਆਪਣੀ ਬਚਪਨ ਦੀ ਸਹੇਲੀ ਦੇ ਘਰ ਜਾਵਾਂ। ਮਾਂ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਤੇ ਮੈਂ ਬੋਲੀ ਕਿ ਮਾਂ, ਤੁਸੀਂ ਹਮੇਸ਼ਾ ਮੇਰੇ 'ਤੇ ਇੰਨੀ ਸਖਤੀ ਕਿਉਂ ਰੱਖੀ ਹੈ? ਮੈਂ ਆਪਣੀ ਜਿਹੀ ਜ਼ਿੰਦਗੀ ਤੋਂ ਤੰਗ ਆ ਗਈ ਹਾਂ। ਮੈਂ ਤਾਂ ਚਾਹੁੰਦੀ ਹਾਂ ਕਿ ਮੈਨੂੰ ਮੌਤ ਆ ਜਾਵੇ। ਮੇਰੀ ਗੱਲ ਸੁਣ ਕੇ ਮਾਂ ਦਾ ਦਿਲ ਦਹਿਲ ਗਿਆ। ਉਹ ਆਖਣ ਲੱਗੀ, ਖਬਰਦਾਰ, ਜੇ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਗੱਲ ਆਪਣੇ ਮੂੰਹ 'ਚੋਂ ਕੱਢੀ। ਇਹ ਜੋ ਤੇਰੇ 4 ਭਰਾ ਨੇ ਇਹ ਸਿਰਫ ਆਪਣੇ ਪਿਤਾ ਲਈ ਹਨ, ਜਦੋਂ ਕਿ ਤੂੰ ਮੇਰੀ ਬੇਟੀ ਹੈ, ਤੂੰ ਮੇਰੀ ਸਹੇਲੀ ਹੈ, ਮੇਰੇ ਜਿਗਰ ਦਾ ਟੁਕੜਾ ਹੈ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਬੋਲੀ, ਜੇਕਰ ਅਜਿਹੀ ਗੱਲ ਹੈ ਤਾਂ ਤੁਸੀਂ ਮੈਨੂੰ ਸਹੇਲੀ ਦੇ ਘਰ ਜਾਣ ਦਿਓ। ਮਾਂ ਨੇ ਹਾਂ ਕਰ ਦਿੱਤੀ ਤਾਂ ਮੈਂ ਖੁਸ਼ੀ-ਖੁਸ਼ੀ ਅਲਮਾਰੀ 'ਚ ਆਪਣਾ ਨਵਾਂ ਸੂਟ ਕੱਢ ਕੇ ਪਾ ਲਿਆ ਤੇ ਤਿਆਰ ਹੋ ਗਈ। ਮਾਂ ਨੇ ਮੈਨੂੰ ਪੈਸੇ ਵੀ ਦਿੱਤੇ ਤੇ ਸਖਤੀ ਨਾਲ ਕਿਹਾ ਵੀ ਕਿ ਆਪਣਾ ਖਿਆਲ ਰੱਖੀਂ। ਮੈਂ ਮਾਂ ਦੀ ਗੱਲ ਸੁਣ ਕੇ ਮੁਸਕਰਾਈ ਤੇ ਘਰੋਂ ਚਲੀ ਗਈ। ਅੱਜ ਮੈਂ ਕਈ ਸਾਲਾਂ ਬਾਅਦ ਆਪਣੀ ਸਹੇਲੀ ਜੋਤੀ ਦੇ ਘਰ ਜਾ ਰਹੀ ਸੀ। ਮੈਂ ਬੱਸ 'ਚ ਬੈਠ ਗਈ। ਸਭ ਕੁਝ ਨਵਾਂ-ਨਵਾਂ ਲੱਗ ਰਿਹਾ ਸੀ। ਮੇਰੀ ਰਗ-ਰਗ 'ਚ ਇੱਕ ਸਕੂਨ ਜਿਹਾ ਦੌੜ ਰਿਹਾ ਸੀ। ਖੈਰ, ਜਦੋਂ ਮੈਂ ਜੋਤੀ ਦੇ ਘਰ ਪਹੁੰਚੀ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਉਸ ਦੇ ਘਰ ਆਈ ਹਾਂ। ਉਹ ਆਖਣ ਲੱਗੀ ਕਿ ਅੱਜ ਤਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਹੈ ਜੋ ਤੂੰ ਸਾਡੇ ਘਰ ਆਈ ਹੈ। ਮੈਂ ਹੱਸ ਕੇ ਬੋਲੀ ਕਿ ਤੂੰ ਸੋਚ ਵੀ ਨਹੀਂ ਸਕਦੀ ਕਿ ਮੈਨੂੰ ਕਿੰਨੀ ਮੁਸ਼ਕਿਲ ਨਾਲ ਇਜਾਜ਼ਤ ਮਿਲੀ ਹੈ। ਖੈਰ, ਅਸੀਂ ਦੋਵੇਂ ਸਹੇਲੀਆਂ 2 ਘੰਟੇ ਇਕੱਠੀਆਂ ਬੈਠੀਆਂ ਸੀ। ਫਿਰ ਮੈਂ ਉਸ ਨੂੰ ਜਾਣ ਲਈ ਕਿਹਾ ਤਾਂ ਉਸਨੇ ਮਨਾ ਕਰ ਦਿੱਤਾ ਤੇ ਬੋਲੀ ਕਿ ਨਹੀਂ, ਮੈਂ ਤੈਨੂੰ ਇੰਨੀ ਛੇਤੀ ਨਹੀਂ ਜਾਣ ਦਿਆਂਗੀ। ਹੁਣ ਜੇਕਰ ਤੂੰ ਆ ਹੀ ਗਈ ਹੈ ਤਾਂ ਮੇਰੇ ਨਾਲ ਕੁਝ ਹੋਰ ਸਮਾਂ ਬਿਤਾ। ਮੈਂ ਬੋਲੀ, ਜੇਕਰ ਅੱਜ ਸਮੇਂ 'ਤੇ ਘਰ ਨਹੀਂ ਗਈ ਤਾਂ ਮਾਂ ਮੈਨੂੰ ਫਿਰ ਕਦੇ ਕਿਤੇ ਨਹੀਂ ਭੇਜੇਗੀ। ਗੱਲਾਂ-ਗੱਲਾਂ 'ਚ ਪਤਾ ਹੀ ਨਹੀਂ ਲੱਗਿਆ ਤੇ ਸੂਰਜ ਵੀ ਡੁੱਬਣ ਵਾਲਾ ਸੀ। ਮੈਂ ਤਾਂ ਬਹੁਤ ਜ਼ਿਆਦਾ ਘਬਰਾ ਗਈ ਸੀ। ਮੇਰੇ ਨਾਲ ਜੋਤੀ ਵੀ ਘਬਰਾ ਗਈ ਸੀ। ਆਖਣ ਲੱਗੀ ਕਿ ਮੈਨੂੰ ਮਾਫ਼ ਕਰ ਦੇ, ਮੇਰੇ ਕਰਕੇ ਇੰਨੀ ਦੇਰੀ ਹੋ ਗਈ ਹੈ। ਮੈਂ ਬੋਲੀ ਕਿ ਕੋਈ ਗੱਲ ਨਹੀਂ। ਜੋਤੀ ਬੋਲੀ ਕਿ ਮੈਂ ਮਾਂ ਨੂੰ ਤੇਰੇ ਨਾਲ ਭੇਜ ਦਿੰਦੀ ਹਾਂ। ਤਾਂ ਮੈਂ ਮਨਾ ਕਰ ਦਿੱਤਾ ਤਾਂ ਮੈਂ ਇਕੱਲੀ ਹੀ ਜੋਤੀ ਦੇ ਘਰੋਂ ਨਿਕਲ ਪਈ ਸੀ। ਪਰ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਸੀ ਕਿ ਮੇਰੇ ਲਈ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਮੈਂ ਬੱਸ ਅੱਡੇ 'ਤੇ ਖੜੀ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ 2 ਲੜਕੇ ਮੈਨੂੰ ਕੁੱਦ ਰਹੇ ਸਨ। ਮੈਂ ਕਦੇ ਘਰੋਂ ਬਾਹਰ ਇਕੱਲੀ ਨਹੀਂ ਨਿਕਲੀ ਸੀ ਤਾਂ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ। ਮੈਂ ਬਹੁਤ ਜ਼ਿਆਦਾ ਘਬਰਾ ਗਈ ਸੀ। ਉਹ ਲੜਕੇ ਮੇਰੀ ਘਬਰਾਹਟ ਦੇਖ ਕੇ ਹੋਰ ਨਿਡਰ ਹੋਣ ਲੱਗੇ ਤੇ ਮੇਰੇ ਕੋਲ ਆ ਕੇ ਖੜੇ ਹੋ ਗਏ। ਮੈਂ ਉਹਨਾਂ ਕੋਲੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਕਿ ਉਹ ਮੇਰੇ ਬਿਲਕੁਲ ਨੇੜੇ ਆਉਂਦੇ ਜਾ ਰਹੇ ਸਨ। ਉਦੋਂ ਹੀ ਮੈਨੂੰ ਬੱਸ ਆਉਂਦੀ ਦਿਖਾਈ ਦਿੱਤੀ ਤਾਂ ਮੇਰੀ ਜਾਨ 'ਚ ਜਾਨ ਆਈ। ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ। ਬੱਸ ਰੁਕੀ ਤਾਂ ਮੈਂ ਛੇਤੀ ਉਸ ਵਿੱਚ ਬੈਠ ਗਈ। ਮੈਨੂੰ ਲੱਗਿਆ ਕਿ ਹੁਣ ਉਹਨਾਂ ਅਵਾਰਾ ਲੜਕਿਆਂ ਤੋਂ ਮੇਰੀ ਜਾਨ ਛੁੱਟ ਜਾਵੇਗੀ। ਪਰ ਮੇਰੀ ਜਾਨ ਉਦੋਂ ਨਿਕਲੀ ਜਦੋਂ ਮੇਰੇ ਨਾਲ ਹੀ ਉਹ ਲੜਕੇ ਵੀ ਬੱਸ 'ਚ ਬੈਠ ਗਏ। ਹੁਣ ਉਹ ਮੇਰੇ ਕੋਲ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਕ ਲੜਕਾ ਬਹੁਤ ਗੁੱਸੇ ਨਾਲ ਬੋਲਿਆ
ਕਿ ਤੁਸੀਂ ਦੋਵੇਂ ਕੌਣ ਹੋ, ਇਹ ਲੜਕੀ ਤੁਹਾਡੀ ਕੀ ਲੱਗਦੀ ਹੈ। ਉਹ ਦੋਵੇਂ ਉੱਚੀ ਉੱਚੀ ਹੱਸੇ ਤੇ ਬੋਲੇ ਕਿ ਅਜੇ ਤਾਂ ਕੁਝ ਨਹੀਂ ਲੱਗਦੀ, ਪਰ ਬਹੁਤ ਛੇਤੀ ਸਾਡੀ ਕੁਝ ਲੱਗ ਜਾਵੇਗੀ। ਉਸ ਲੜਕੇ ਨੇ ਉਹਨਾਂ ਦੋਵਾਂ ਨੂੰ ਮੇਰੇ ਤੋਂ ਦੂਰ ਕੀਤਾ ਤੇ ਬੋਲਿਆ, ਜੇ ਹੁਣ ਉਸ ਲੜਕੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਫਿਰ ਉਹ ਲੜਕਾ ਪੂਰੇ ਰਸਤੇ ਮੇਰੀ ਰੱਖਿਆ ਕਰਦਾ ਰਿਹਾ। ਇਹ ਸਭ ਦੇਖ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਉਸ ਲਈ ਦੁਆਵਾਂ ਕਰ ਰਹੀ ਸੀ। ਬੱਸ ਰੁਕੀ ਤਾਂ ਉਹ ਲੜਕਾ ਵੀ ਮੇਰੇ ਨਾਲ ਹੀ ਉਤਰਿਆ ਤੇ ਆਖਣ ਲੱਗਾ ਕਿ ਮੈਂ ਤੁਹਾਡੇ ਘਰ ਤੱਕ ਛੱਡ ਕੇ ਆਉਂਦਾ ਹਾਂ। ਮੈਂ ਬਹੁਤ ਡਰ ਗਈ ਸੀ, ਇਸ ਲਈ ਉਸ ਦੀ ਗੱਲ ਨੂੰ ਟਾਲ ਨਾ ਸਕੀ। ਉਸ ਨੇ ਮੈਨੂੰ ਦੱਸਿਆ ਕਿ ਉਸ ਦਾ ਨਾਂ ਬੰਟੀ ਹੈ। ਉਹ ਮੈਨੂੰ ਘਰ ਦੇ ਕੋਲ ਛੱਡ ਕੇ ਚਲਾ ਗਿਆ। ਮੈਂ ਘਰ ਦੇ ਅੰਦਰ ਦਾਖਲ ਹੋਈ ਤਾਂ ਮਾਂ ਨੇ ਮੈਨੂੰ ਦੇਖਦੇ ਹੀ ਗਲ ਨਾਲ ਲਾ ਲਿਆ। ਉਹ ਉੱਚੀ ਉੱਚੀ ਰੋਣ ਲੱਗੀ। ਮੈਂ ਵੀ ਰੋ ਰਹੀ ਸੀ। ਮਾਂ ਆਖਣ ਲੱਗੀ ਕਿ ਤੂੰ ਕਿੱਥੇ ਰਹਿ ਗਈ ਸੀ, ਮੇਰੀ ਜਾਨ ਹੀ ਨਿਕਲ ਗਈ ਸੀ। ਮੈਂ ਰੋਂਦੇ ਰੋਂਦੇ ਮਾਂ ਨੂੰ ਸਾਰਾ ਕਿੱਸਾ ਸੁਣਾ ਦਿੱਤਾ। ਮਾਂ ਬਹੁਤ ਜ਼ਿਆਦਾ ਘਬਰਾ ਗਈ ਸੀ। ਆਖਣ ਲੱਗੀ, ਮਾਲਕ ਲੜਕੇ ਤੇ ਆਪਣੀ ਕਿਰਪਾ ਬਣਾਈ ਰੱਖੇ, ਜਿਸ ਨੇ ਸਾਡੀ ਮਦਦ ਕੀਤੀ। ਜੇਕਰ ਤੈਨੂੰ ਕੁਝ ਹੋ ਜਾਂਦਾ ਤਾਂ ਅਸੀਂ ਕੀ ਕਰਦੇ। ਮਾਂ ਹੁਣ ਉਸ ਲੜਕੇ ਲਈ ਦੁਆਵਾਂ ਕਰਦੀ ਰਹਿੰਦੀ ਸੀ। 2 ਦਿਨ ਬਾਅਦ ਪਾਪਾ ਵਾਪਸ ਆ ਗਏ ਸਨ। ਮੈਂ ਤੇ ਮਾਂ ਨੇ ਇਸ ਕਿੱਸੇ ਨੂੰ ਪਾਪਾ ਤੇ ਭਰਾਵਾਂ ਤੋਂ ਲੁਕਾ ਕੇ ਰੱਖਿਆ ਸੀ। ਮੈਨੂੰ ਹੁਣ ਹਮੇਸ਼ਾ ਬੰਟੀ ਦੇ ਚੰਗੇ ਵਿਵਹਾਰ ਦੀ ਯਾਦ ਆਉਂਦੀ ਸੀ ਤੇ ਮੇਰੇ ਦਿਲ 'ਚ ਅਜਨਬੀ ਲਈ ਪਿਆਰ ਪੈਦਾ ਹੋ ਗਿਆ ਸੀ। ਮੈਂ ਇਹ ਵੀ ਜਾਣਦੀ ਸੀ ਕਿ ਇਹ ਮੁਲਾਕਾਤ ਪਹਿਲੀ ਤੇ ਆਖਰੀ ਸੀ, ਪਰ ਫਿਰ ਵੀ ਮੈਂ ਉਸ ਨੂੰ ਆਪਣੇ ਦਿਲ 'ਚੋਂ ਕੱਢ ਨਹੀਂ ਸੀ ਸਕੀ। 1-2 ਵਾਰ ਤਾਂ ਮੇਰੇ ਸੁਪਨੇ 'ਚ ਵੀ ਆਇਆ ਸੀ। ਇੱਕ ਦਿਨ ਮੈਂ ਜੋਤੀ ਦੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਮੈਂ ਉਸ ਨੂੰ ਬੰਟੀ ਬਾਰੇ ਸਭ ਕੁਝ ਦੱਸ ਦਿੱਤਾ। ਮੇਰੀ ਗੱਲ ਸੁਣ ਕੇ ਜੋਤੀ ਆਖਣ ਲੱਗੀ ਕਿ ਤੂੰ ਉਸ ਲੜਕੇ ਨੂੰ ਫੇਸਬੁੱਕ ਤੇ ਲੱਭ ਸਕਦੀ ਹੈ, ਹੋ ਸਕਦਾ ਹੈ ਉਹ ਤੈਨੂੰ ਮਿਲ ਜਾਵੇ। ਮੈਂ ਜੋਤੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ। ਮੈਂ ਜਿਵੇਂ ਹੀ ਗੱਲ ਕਰਨੀ ਬੰਦ ਕੀਤੀ ਤਾਂ ਮਾਂ ਦੇ ਮੋਬਾਈਲ ਤੇ ਫੇਸਬੁੱਕ ਇੰਸਟਾਲ ਕਰਕੇ ਆਈਡੀ ਬਣਾ ਲਈ। ਹੁਣ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਬੰਟੀ ਨਾਂ ਦੇ ਲੜਕਿਆਂ ਨੂੰ ਸਰਚ ਕਰਨ ਲੱਗਦੀ। ਕਈ ਦਿਨ ਇੰਝ ਹੀ ਲੰਘ ਗਏ ਸਨ। ਮੈਨੂੰ ਯਕੀਨ ਹੋ ਗਿਆ ਸੀ ਕਿ ਇਹ ਸਭ ਕੁਝ ਮੁਮਕਿਨ ਨਹੀਂ। ਭਲਾ ਇੱਕ ਲੜਕੇ ਨੂੰ ਸਿਰਫ ਨਾਂ ਨਾਲ ਕਿਵੇਂ ਲੱਭਿਆ ਜਾ ਸਕਦਾ ਹੈ। ਮੈਂ ਹਾਰ ਮੰਨਣ ਲੱਗੀ ਸੀ। ਇੱਕ ਦਿਨ ਬੰਟੀ ਦੀ ਤਸਵੀਰ ਮੇਰੇ ਸਾਹਮਣੇ ਆ ਗਈ। ਮੇਰੀ ਤਾਂ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ। ਮੈਂ ਉਸ ਨੂੰ ਜਲਦੀ ਦੇ ਨਾਲ ਮੈਸੇਜ ਕੀਤਾ, ਉਸ ਦਿਨ ਲਈ ਮੇਰੀ ਮਦਦ ਲਈ ਧੰਨਵਾਦ ਕੀਤਾ। ਮੈਂ ਨਾਲ ਹੀ ਲਿਖਿਆ ਕਿ ਉਸ ਲਈ ਮੈਂ ਤੇ ਮੇਰੀ ਮਾਂ ਬਹੁਤ ਦੁਆਵਾਂ ਕਰਦੇ ਨੇ। ਉਸ ਦਾ ਜਵਾਬ ਨਹੀਂ ਆਇਆ। ਠੀਕ 2 ਦਿਨ ਬਾਅਦ ਉਸ ਨੇ ਜਵਾਬ ਦਿੱਤਾ ਸੀ। ਉਹ ਕਹਿਣ ਲੱਗਿਆ, ਇਹ ਤਾਂ ਮੇਰਾ ਫਰਜ਼ ਸੀ, ਮੈਂ ਅਜਿਹਾ ਕੁਝ ਨਹੀਂ ਕੀਤਾ ਜੋ ਅਨੋਖਾ ਹੋਵੇ। ਫਿਰ ਉਸ ਨੇ ਦੱਸਿਆ ਕਿ ਉਹ ਫੇਸਬੁੱਕ ਬਹੁਤ ਘੱਟ ਚਲਾਉਂਦਾ ਹੈ। ਹੁਣ ਅਸੀਂ ਦੋਵੇਂ ਹਰ ਰੋਜ਼ ਗੱਲਾਂ ਕਰਨ ਲੱਗ ਗਏ ਸੀ। ਮੈਨੂੰ ਬੰਟੀ ਨਾਲ ਪਿਆਰ ਹੋ ਗਿਆ ਸੀ। ਉਸ ਦਾ ਵੀ ਕੁਝ ਅਜਿਹਾ ਹੀ ਹਾਲ ਸੀ। ਮੈਨੂੰ ਦੱਸਿਆ ਸੀ ਉਸਨੇ। ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਲਈ ਰਿਸ਼ਤਾ ਭੇਜ ਦੇ, ਤਾਂ ਉਹ ਆਖਣ ਲੱਗਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਤੇਰੇ ਪਿਤਾ ਮੇਰਾ ਰਿਸ਼ਤਾ ਅਪਣਾਉਣਗੇ ਵੀ ਜਾਂ ਨਹੀਂ, ਕਿਉਂਕਿ ਮੈਂ ਇੱਕ ਛੋਟੀ ਜਾਤੀ ਤੋਂ ਹਾਂ ਤਾਂ ਮੈਂ ਬਹੁਤ ਹੀ ਛੋਟੀ ਜਿਹੀ ਨੌਕਰੀ ਕਰਦਾ ਹਾਂ। ਪਿਤਾ ਜੀ ਦੀ ਮੌਤ ਹੋ ਚੁੱਕੀ ਹੈ। ਆਪਣੀ ਮਾਂ ਤੇ ਛੋਟੇ ਭਰਾ ਦਾ ਖਿਆਲ ਰੱਖਦਾ ਹਾਂ। ਮੈਂ ਬੋਲੀ ਕਿ ਬੰਟੀ, ਮੇਰੇ ਲਈ ਤੁਸੀਂ ਹੀ ਬਹੁਤ ਹੋ। ਤੁਸੀਂ ਰਿਸ਼ਤਾ ਲੈ ਕੇ ਆਓਗੇ ਤਾਂ ਆਪਣੇ ਘਰ ਵਾਲਿਆਂ ਨੂੰ ਖੁਦ ਹੀ ਮਨਾ ਲਵਾਂਗੀ। ਬੰਟੀ ਦੀ ਗੱਲ ਸੱਚ ਸਾਬਤ ਹੋਈ। ਉਸ ਦਾ ਰਿਸ਼ਤਾ ਆਇਆ ਤਾਂ ਪਿਤਾ ਜੀ ਨੇ ਮਨਾ ਕਰ ਦਿੱਤਾ ਸੀ। ਉਹ ਆਖਣ ਲੱਗੇ ਕਿ ਨਹੀਂ ਭਾਈ, ਮੈਂ ਅਜਿਹੇ ਘਰ 'ਚ ਆਪਣੀ ਧੀ ਦਾ ਰਿਸ਼ਤਾ ਨਹੀਂ ਕਰਾਂਗਾ ਜਿੱਥੇ ਖਾਣ ਪੀਣ ਦੀ ਵੀ ਤੰਗੀ ਹੋਵੇ। ਮੈਂ ਮਾਂ ਨੂੰ ਕਿਹਾ, ਤੁਸੀਂ ਪਿਤਾ ਜੀ ਨੂੰ ਸਮਝਾਓ, ਕਿਉਂਕਿ ਮਾਂ ਨੂੰ ਮੈਂ ਦੱਸ ਦਿੱਤਾ ਸੀ ਕਿ ਇਹ ਬੰਟੀ ਹੈ ਜਿਸ ਨੇ ਮੇਰੀ ਇੱਜ਼ਤ ਬਚਾਈ ਸੀ। ਮਾਂ ਨੇ ਵੀ ਆਪਣੀ ਕੋਸ਼ਿਸ਼ ਕਰਕੇ ਦੇਖ ਲਈ ਸੀ, ਪਰ ਪਿਤਾ ਜੀ ਨਾ ਮੰਨੇ ਤਾਂ ਮੈਂ ਪਿਤਾ ਜੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ। ਮੈਂ ਉਹਨਾਂ ਨੂੰ ਸਪਸ਼ਟ ਆਖ ਦਿੱਤਾ ਕਿ ਤੁਸੀਂ ਮੇਰਾ ਵਿਆਹ ਉਸੇ ਥਾਂ ਕਰ ਦਿਓ। ਜੇਕਰ ਖਾਣ ਪੀਣ ਦੀ ਤੰਗੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਮੇਰੀ ਗੱਲ ਸੁਣ ਕੇ ਪਿਤਾ ਜੀ ਵੀ ਹੈਰਾਨ ਰਹਿ ਗਏ। ਉਹਨਾਂ ਦੇ ਮੱਥੇ ਤੇ ਵੱਟ ਪੈ ਗਏ ਸਨ। ਉਹ ਆਖਣ ਲੱਗੇ ਕਿ ਤੂੰ ਇਸ ਰਿਸ਼ਤੇ ਲਈ ਇੰਨੀ ਕਾਹਲੀ ਕਿਉਂ ਕਰ ਰਹੀ ਹੈ? ਤੂੰ ਉਸ ਲੜਕੇ ਨੂੰ ਕਿਵੇਂ ਜਾਣਦੀ ਹੈ? ਮੈਂ ਚੁੱਪ ਹੋ ਕੇ ਰਹਿ ਗਈ ਸੀ, ਪਰ ਪਿਤਾ ਜੀ ਬਹੁਤ ਜਿੱਦੀ ਸਨ। ਉਹ ਸਭ ਸਮਝ ਗਏ ਸਨ। ਉਹਨਾਂ ਨੇ ਫਿਰ ਵੀ ਰਿਸ਼ਤੇ ਲਈ ਮਨਾ ਹੀ ਕੀਤਾ ਸੀ, ਪਰ ਮੈਂ ਅੜ ਗਈ ਸੀ। ਇੱਕ ਦਿਨ ਮੈਂ ਪਿਤਾ ਜੀ ਨੂੰ ਸਾਫ਼-ਸਾਫ਼ ਆਖ ਦਿੱਤਾ ਕਿ ਜੇਕਰ ਤੁਸੀਂ ਮੇਰਾ ਵਿਆਹ ਉਸ ਘਰ 'ਚ ਨਾ ਕੀਤਾ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ ਤੇ ਉਸ ਲਈ ਤੁਸੀਂ ਹੀ ਜ਼ਿੰਮੇਵਾਰ ਹੋਵੋਗੇ। ਮੇਰੀ ਗੱਲ ਸੁਣ ਕੇ ਪਿਤਾ ਜੀ ਨੇ ਮੇਰੇ ਮੂੰਹ ਤੇ ਥੱਪੜ ਜੜ ਦਿੱਤਾ। ਫਿਰ ਉਹ ਮਾਂ ਨੂੰ ਵੀ ਬੁਰਾ ਭਲਾ ਆਖਣ ਲੱਗੇ ਕਿ ਤੇਰੀ ਨੱਕ ਹੇਠ ਤੇਰੀ ਧੀ ਕੀ ਕੁਝ ਕਰਦੀ ਰਹੀ, ਪਰ ਤੈਨੂੰ ਕੁਝ ਪਤਾ ਹੀ ਨਹੀਂ ਹੈ। ਪਿਤਾ ਜੀ ਮੇਰੇ ਫੈਸਲੇ ਤੋਂ ਡਰ ਗਏ ਸਨ, ਇਸ ਲਈ ਉਹਨਾਂ ਨੇ ਉਸ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ ਸੀ। ਪਰ ਅਫਸੋਸ ਇਸ ਗੱਲ ਦਾ ਸੀ ਕਿ ਮੇਰੀ ਵਿਦਾਈ ਦੇ ਸਮੇਂ ਉਹਨਾਂ ਨੇ ਮੇਰੇ ਸਿਰ ਤੇ ਹੱਥ ਵੀ ਨਹੀਂ ਰੱਖਿਆ ਸੀ। ਸਿਰਫ ਇੰਨਾ ਬੋਲੇ ਕਿ ਹੁਣ ਸਾਡਾ ਰਿਸ਼ਤਾ ਖਤਮ ਹੋ ਗਿਆ ਹੈ। ਮੇਰੀ ਅੱਖਾਂ ਛਲਕ ਗਈਆਂ ਸਨ। ਮੈਂ ਦਿਲ 'ਚ ਸੋਚਿਆ ਕਿ ਪਿਤਾ ਜੀ
ਤੁਸੀਂ ਪਹਿਲਾਂ ਵੀ ਕਿਹੜਾ ਕਦੇ ਮੈਨੂੰ ਪਿਆਰ ਕੀਤਾ ਸੀ। ਮੈਂ ਇਸੇ 'ਚ ਖੁਸ਼ ਸੀ ਕਿ ਮੇਰਾ ਵਿਆਹ ਇੱਕ ਅਜਿਹੇ ਇਨਸਾਨ ਨਾਲ ਹੋ ਰਿਹਾ ਹੈ ਜਿਸ ਨੂੰ ਮੈਂ ਪਿਆਰ ਕਰਦੀ ਸੀ ਤੇ ਉਹ ਵੀ ਮੈਨੂੰ ਚਾਹੁੰਦਾ ਸੀ। ਪਰ ਜਦੋਂ ਬੰਟੀ ਦੇ ਘਰ ਗਈ ਤਾਂ ਮੈਂ ਬਹੁਤ ਘਬਰਾ ਗਈ, ਕਿਉਂਕਿ ਦੋਸਤੋ ਕਹਾਣੀ ਦਾ ਬਾਕੀ ਦਾ ਭਾਗ ਅਗਲੀ ਵੀਡੀਓ ਵਿੱਚ ਮਿਲੇਗਾ। ਸੋ ਚੈਨਲ ਦੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਫਿਰ ਮਿਲਦੇ ਹਾਂ ਕਹਾਣੀ ਦੇ ਅਗਲੇ ਭਾਗ ਵਿੱਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਰੱਬ ਰਾਖਾ।